ਸ਼੍ਰੀ ਅਕਾਲ ਦੋਸਤੋ, ਮੇਰੇ ਚੈਨਲ ਸਟੱਡੀ ਫॉर जीके 'ਚ ਤੁਹਾਡਾ ਸਵਾਗਤ ਹੈ। ਅੱਜ ਗੱਲ ਕਰਾਂਗੇ ਫਸਟ ਵਰਲਡ ਵਾਰ ਦੀ, ਪਹਿਲੇ ਵਿਸ਼ਵ ਯੁੱਧ ਦੀ। ਪਹਿਲਾ ਵਿਸ਼ਵ ਯੁੱਧ 1914 ਤੋਂ ਲੈ ਕੇ 1918 ਤੱਕ ਚੱਲਦਾ ਹੈ ਔਰ 4 ਸਾਲ ਇਹ ਵਿਸ਼ਵ ਯੁੱਧ ਚੱਲਦਾ ਰਿਹਾ। ਇਸ ਤੋਂ ਪਹਿਲਾਂ ਅਪਲੋਡ ਕੀਤੀਆਂ ਹੋਈਆਂ ਵੀਡੀਓਜ਼ ਨੂੰ ਦੇਖ ਲੈਣਾ ਔਰ ਅਗਰ ਮੇਰੇ ਚੈਨਲ ਸਟੱਡੀ ਫॉर जीके ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਅਪਡੇਟ ਸਮੇਂ ਸਿਰ ਮਿਲ ਸਕੇ। ਤਾਂ ਸ਼ੁਰੂ ਕਰਦੇ ਹਾਂ। ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਕਦੋਂ ਹੋਈ? ਦੇਖੋ, ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਈ ਸੀ 28 ਜੁਲਾਈ 1914 ਦੇ ਵਿੱਚ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਹੈ 1। ਦੇਖੋ, 28 ਜੁਲਾਈ 1914 ਤੋਂ ਲੈ ਕੇ 11 ਨਵੰਬਰ 1918 ਤੱਕ ਪਹਿਲਾ ਵਿਸ਼ਵ ਯੁੱਧ ਚੱਲਿਆ 4 ਸਾਲ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ 1। ਪਹਿਲੇ ਵਿਸ਼ਵ ਯੁੱਧ ਵਿੱਚ ਕਿੰਨੇ ਦੇਸ਼ਾਂ ਨੇ ਭਾਗ ਲਿਆ? ਦੇਖੋ, ਪਹਿਲੇ ਵਿਸ਼ਵ ਯੁੱਧ ਵਿੱਚ 37 ਦੇਸ਼ਾਂ ਨੇ ਭਾਗ ਲਿਆ ਸੀ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਹੈ 3। ਇੱਕ ਐਸੀ ਲੜਾਈ ਜੋ ਬਾਕੀ ਸਭ ਲੜਾਈਆਂ ਨੂੰ ਖਤਮ ਕਰ ਦੇਵੇਗੀ, ਇਹ ਕਥਨ ਕਿਸ ਨਾਲ ਸੰਬੰਧਿਤ ਹੈ? ਦੇਖੋ, ਇੱਕ ਸਟੇਟਮੈਂਟ ਹੈ ਔਰ ਇਹ ਸਟੇਟਮੈਂਟ ਦਾ ਸੰਬੰਧ ਹੈ ਪਹਿਲੇ ਵਿਸ਼ਵ ਯੁੱਧ ਨਾਲ। ਪਹਿਲੇ ਵਿਸ਼ਵ ਯੁੱਧ ਦੇ ਹਿਸਟੋਰੀਅਨ ਨੇ ਇਹ ਕਿਹਾ ਕਿ ਇਹ ਇੱਕ ਐਸੀ ਲੜਾਈ ਹੈ ਜੋ ਬਾਕੀ ਸਭ ਛੋਟੀਆਂ-ਛੋਟੀਆਂ ਲੜਾਈਆਂ ਨੂੰ ਖਤਮ ਕਰ ਦੇਵੇਗੀ, ਪਰ ਐਸਾ ਹੋਇਆ ਨਹੀਂ। ਇਹ ਸਟੇਟਮੈਂਟ ਫੇਲਡ ਰਹੀ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਦੂਸਰਾ ਵਿਸ਼ਵ ਯੁੱਧ ਵੀ ਹੋ ਚੁੱਕਿਆ। ਪਹਿਲੇ ਵਿਸ਼ਵ ਯੁੱਧ ਵਿੱਚ ਲਗਭਗ ਕਿੰਨੀਆਂ ਮੌਤਾਂ ਹੋਈਆਂ? ਦੇਖੇ, ਪਹਿਲੇ ਵਿਸ਼ਵ ਯੁੱਧ ਵਿੱਚ ਜੋ ਕੈਜੂਅਲਟੀਜ਼ ਹੋਈਆਂ ਉਹ 17 ਮਿਲੀਅਨ ਦੇ ਆਸ-ਪਾਸ ਰਹੀਆਂ, ਜਿਨ੍ਹਾਂ ਵਿੱਚੋਂ 11 ਮਿਲੀਅਨ ਜੋ ਸੀ ਇਹ ਆਰਮੀ ਮੈਨ ਮਤਲਬ ਮਿਲਟਰੀ ਮਰੀ ਔਰ 6 ਮਿਲੀਅਨ ਜੋ ਸੀ ਉਹ ਸਿਵਲੀਅਨ ਜਿਹੜੇ ਸੀਗੇ ਉਹ ਵੀ ਮਰੇ ਸੀ ਇਸ ਦੇ ਵਿੱਚ। ਔਰ ਯਾਦ ਰੱਖਿਓ ਕਿ 20 ਮਿਲੀਅਨ ਦੇ ਆਸ-ਪਾਸ ਜੋ ਸੀ ਲੋਕ ਉਹ ਇੰਜਰਡ ਹੋਏ ਸੀਗੇ। ਤਾਂ ਇੰਨੀ ਡਿਟੇਲ ਇਸ ਕੁਐਸਚਨ ਦੀ ਯਾਦ ਰੱਖ ਲਓ। ਪਹਿਲੇ ਵਿਸ਼ਵ ਯੁੱਧ ਸਮੇਂ ਦੁਨੀਆ ਕਿੰਨੇ ਗੁੱਟਾਂ ਵਿੱਚ ਵੰਡੇ ਗਏ? ਦੇਖੋ, ਪਹਿਲੇ ਵਿਸ਼ਵ ਯੁੱਧ ਵਿੱਚ ਜੋ ਦੁਨੀਆ ਸੀ ਉਹ 2 ਗੁੱਟਾਂ ਦੇ ਵਿੱਚ ਵੰਡੇ ਗਏ ਸੀ ਔਰ ਉਹ 2 ਗੁੱਟ ਕਿਹੜੇ-ਕਿਹੜੇ? ਇੱਕ ਹੈ ਅਲਾਈਨਡ ਪਾਵਰ ਔਰ ਇੱਕ ਹੈ ਸੈਂਟਰਲ ਪਾਵਰ। ਅਲਾਈਨਡ ਪਾਵਰ ਦੀ ਗੱਲ ਕਰਾਂ ਤਾਂ ਇਸ ਨੂੰ ਮਿੱਤਰ ਰਾਸ਼ਟਰ ਬੋਲਦੇ ਆ ਔਰ ਸੈਂਟਰਲ ਪਾਵਰ ਦੀ ਗੱਲ ਕਰਾਂ ਤਾਂ ਇਸ ਨੂੰ ਧੁਰੀ ਰਾਸ਼ਟਰ ਬੋਲਿਆ ਜਾਂਦਾ। ਮਿੱਤਰ ਰਾਸ਼ਟਰਾਂ ਵਿੱਚ ਕਿਹੜੇ ਦੇਸ਼ ਸ਼ਾਮਲ ਸਨ? ਦੇਖੋ, ਮਿੱਤਰ ਰਾਸ਼ਟਰਾਂ ਦੇ ਵਿੱਚ ਰੂਸ, ਬ੍ਰਿਟੇਨ, ਫਰਾਂਸ, ਜਾਪਾਨ ਐਂਡ USA ਵਰਗੇ ਦੇਸ਼ ਸ਼ਾਮਲ ਸਨ। ਤਾਂ ਇਸ ਕੁਐਸਚਨ ਦਾ ਜੋ ਰਾਈਟ ਆਂਸਰ ਬਣੇਗਾ ਇਹ ਸਾਰੇ ਹੀ। ਧੁਰੀ ਰਾਸ਼ਟਰਾਂ ਵਿੱਚ ਕਿਹੜੇ ਦੇਸ਼ ਸ਼ਾਮਲ ਸਨ? ਦੇਖੋ, ਧੁਰੀ ਰਾਸ਼ਟਰਾਂ ਦੇ ਵਿੱਚ ਆਸਟਰੀਆ ਹੰਗਰੀ, ਆਟੋਮਨ ਸਾਮਰਾਜ, ਜਰਮਨੀ ਵਰਗੇ ਦੇਸ਼ ਸ਼ਾਮਲ ਸਨ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਹੈ 4। ਇੱਕ ਗੱਲ ਯਾਦ ਰੱਖੋ ਕਿ ਆਸਟਰੀਆ ਹੰਗਰੀ ਸਾਮਰਾਜ ਦੇ ਵਿੱਚ ਜੋ ਡਾਇਨੈਸਟੀ ਕੰਮ ਕਰਦੀ ਸੀ ਉਸ ਦਾ ਨਾਮ ਸੀ ਹੈਬਸਬਰਗ ਔਰ ਟਰਕੀ ਦੇ ਵਿੱਚ ਜੋ ਡਾਇਨੈਸਟੀ ਕੰਮ ਕਰਦੀ ਸੀ ਉਸ ਦਾ ਨਾਮ ਸੀ ਆਟੋਮਨ ਅੰਪਾਇਰ। ਪਹਿਲੇ ਵਿਸ਼ਵ ਯੁੱਧ ਦੇ ਸੰਭਾਵਿਤ ਕਿਹੜੇ-ਕਿਹੜੇ ਕਾਰਨ ਸਨ? ਦੇਖੋ, ਪਹਿਲੇ ਵਿਸ਼ਵ ਯੁੱਧ ਦੇ ਸੰਭਾਵਿਤ ਕਾਰਨਾਂ ਦੀ ਅਗਰ ਗੱਲ ਕਰੀਏ ਤਾਂ ਉਹ ਸੀ ਮਿਲਟਰੀਜ਼ਮ, ਅੰਪੀਰੀਅਲਿਜ਼ਮ, ਨੈਸ਼ਨਲਿਜ਼ਮ ਅਤੇ ਅਲਾਇੰਸ ਸਿਸਟਮ। ਦੇਖੋ, ਉਸ ਸਮੇਂ ਹਰੇਕ ਦੇਸ਼ ਆਪਣੀ ਸੈਨਾ ਨੂੰ ਵਧਾਉਣਾ ਚਾਹੁੰਦਾ ਸੀ, ਸੈਨਿਕ ਪਾਵਰ ਨੂੰ ਵਧਾਉਣਾ ਚਾਹੁੰਦਾ ਸੀ ਔਰ ਹਰੇਕ ਦੇਸ਼ ਦੂਜੇ ਦੇਸ਼ਾਂ ਦੇ ਨਾਲ ਜੋ ਸੰਧੀਆਂ ਕਰਨਾ ਚਾਹੁੰਦਾ ਸੀਗਾ, ਮਿੱਤਰ ਰਾਸ਼ਟਰ ਬਣਾਉਣਾ ਚਾਹੁੰਦਾ ਸੀ, ਆਪਣੇ ਦੋਸਤ ਬਣਾਉਣਾ ਚਾਹੁੰਦਾ ਸੀ ਔਰ ਇਹ ਸਾਰੀਆਂ ਜੋ ਟ੍ਰੀਟੀਜ਼ ਜੋ ਅਲਾਇੰਸ ਹੋ ਰਹੇ ਸੀਗੇ ਇਹ ਖੁਫੀਆ ਤਰੀਕੇ ਨਾਲ ਹੋ ਰਹੇ ਸੀਗੇ। ਉਸ ਤੋਂ ਬਾਅਦ ਅੰਪੀਰੀਅਲਿਜ਼ਮ ਦੀ ਜੋ ਵਿਚਾਰਧਾਰਾ ਸੀ ਇਸ ਸਮੇਂ ਕਾਫੀ ਜ਼ੋਰਾਂ ਸ਼ੋਰਾਂ 'ਤੇ ਚੱਲਦੀ ਸੀਗੀ ਕਿਉਂਕਿ ਜਿੰਨੀਆਂ ਵੀ ਪਾਵਰਫੁਲ ਕੰਟਰੀਜ਼ ਸੀਗੀਆਂ ਉਹ ਛੋਟੀਆਂ ਕੰਟਰੀਜ਼ ਨੂੰ
ਜਿਹੜਾ ਸੀ ਉਹ ਆਪਣਾ ਕਬਜ਼ੇ ਵਿੱਚ ਲੈਣਾ ਚਾਹੁੰਦੀਆਂ ਸੀ, ਆਪਣੇ ਬਸਤੀਆਂ ਬਣਾਉਣਾ ਚਾਹੁੰਦੀਆਂ ਸੀ। ਖਾਸ ਕਰਕੇ ਜਿੰਨੀਆਂ ਵੀ ਪਾਵਰਫੁਲ ਕੰਟਰੀ ਸੀ, ਇਹ ਅਫਰੀਕਾ ਦੀਆਂ ਕੰਟਰੀਜ਼ ਨੂੰ ਜਿਹੜਾ ਸੀ ਉਹ ਆਪਣੀਆਂ ਬਸਤੀਆਂ ਬਣਾਉਣਾ ਚਾਹੁੰਦੀਆਂ ਸੀ। ਔਰ ਇਸ ਦੌੜ ਦੇ ਵਿੱਚ ਸਭ ਤੋਂ ਅੱਗੇ ਸੀਗਾ ਇੰਗਲੈਂਡ। ਕਹਿੰਦੇ ਨੇ ਕਿ ਇੰਗਲੈਂਡ ਨੇ ਪੂਰੀ ਦੁਨੀਆ ਦਾ 25% ਪਾਰਟ ਜਿਹੜਾ ਸੀ ਉਹ ਬਸਤੀਆਂ ਬਣਾਈਆਂ ਹੋਈਆਂ ਸੀ, ਮਤਲਬ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ। ਉਸ ਤੋਂ ਬਾਅਦ ਆ ਗਿਆ ਨੈਸ਼ਨਲਿਜ਼ਮ। ਦੇਖੋ, ਪਹਿਲੇ ਵਿਸ਼ਵ ਯੁੱਧ ਦੇ ਵਿੱਚ ਨੈਸ਼ਨਲਿਜ਼ਮ ਦੀ ਵਿਚਾਰਧਾਰਾ ਨੇ ਵੀ ਬਹੁਤ ਜ਼ਿਆਦਾ ਰੋਲ ਨਿਭਾਇਆ, ਕਿਉਂਕਿ ਉਸ ਸਮੇਂ ਬਹੁਤ ਸਾਰੀਆਂ ਬੁੱਕਸ ਲਿਖੀਆਂ ਗਈਆਂ, ਬਹੁਤ ਸਾਰੀ ਐਸੀ ਵਿਚਾਰਧਾਰਾ ਪ੍ਰਫੁੱਲਿਤ ਹੋਈ ਜਿਸ ਦੇ ਵਿੱਚ ਆਪਣੇ ਦੇਸ਼ ਦੇ ਲਈ ਮਰ ਮਿਟਣ ਦਾ ਜਜ਼ਬਾ ਜਿਹੜਾ ਸੀ ਉਹ ਜਨਮ ਲੈਂਦਾ ਹੈ। ਔਰ ਇੱਥੇ ਹੀ ਜੋ ਇੱਕ ਦੇਸ਼ ਦੇ ਲੋਕ ਸੀਗੇ ਉਹ ਆਪਣੇ ਦੇਸ਼ ਦੇ ਲਈ ਕੁਝ ਵੀ ਕਰਨ ਦੇ ਲਈ ਤਿਆਰ ਸੀਗੇ, ਇੱਥੋਂ ਤੱਕ ਕਿ ਵੱਡੀ ਤੋਂ ਵੱਡੀ ਲੜਾਈ ਕਰਨ ਦੇ ਲਈ ਵੀ ਇਹ ਤਿਆਰ ਸੀ, ਜਿਸ ਦਾ ਨਤੀਜਾ ਸਾਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਦੇਖਣ ਨੂੰ ਮਿਲਦਾ। तो इस क्वेश्चन का राइट आंसर है 4 ए सारे ही। इन्हां विचों किहड़ा एक बाल्कन राज या स्टेट नहीं है? देखो, सब तो पहला तुहानूं समझना पएगा कि बाल्कन स्टेट किहड़ियां सीगीआं। देखो, बाल्कन स्टेट ऐसियां स्टेट सी जो कुछ स्टेट छोटियां स्टेट सी और इन्हां स्टेट ते वड्डियां कंट्रीज कब्जा करना चाहदियां सी। मतलब ऐसियां स्टेट, छोटियां स्टेट जो हुणे हुणे इंडिपेंडेंट होईयां और पावरफुल कंट्रीज जिहड़ियां सी ਉਹ ਇਹਨਾਂ ਨੂੰ ਹੈਲਪ ਦੇ ਕੇ ਆਪਣੀਆਂ ਬਸਤੀਆਂ ਦੁਬਾਰਾ ਬਣਾਉਣਾ ਚਾਹੁੰਦੀਆਂ ਸਨ। ਮਤਲਬ ਇੱਕ ਦੇਸ਼ ਤੋਂ ਇਹ ਇੰਡੀਪੈਂਡੈਂਟ ਹੁੰਦੀਆਂ ਸੀ, ਲੇਕਿਨ ਦੂਸਰਾ ਦੇਸ਼ ਇਹਨਾਂ 'ਤੇ ਕਬਜ਼ਾ ਕਰਨ ਲਈ ਤਿਆਰ ਸੀ। ਇਹਨਾਂ ਨੂੰ ਬਾਲਕਨ ਸਟੇਟ ਬੋਲਿਆ ਜਾਂਦਾ, ਜਿਸ ਦੇ ਵਿੱਚ ਬੋਸਨੀਆ, ਰੋਮਾਨੀਆ, ਸਰਬੀਆ, ਕੋਰੇਸ਼ੀਆ, ਮੋਂਟਨੈਗਰੋ आदि शामिल है। इस क्वेश्चन का राइट आंसर है 4, क्योंकि उन्होंने पूछा कि इन्हां विचों बाल्कन स्टेट किहड़ी नहीं है, तो ऑटोमन अंपायर नहीं, क्योंकि टर्की दे विच एक बहुत वड्डा साम्राज सी। जर्मनी, आस्ट्रिया, हंगरी अते इटली विचकार त्रिगुट संधि कदों हुई? देखो, त्रिगुट संधि नूं असीं ट्रिपल अलायंस बोलते हैं। ਉਹ ਜੋ ਟ੍ਰਿਪਲ ਅਲਾਇੰਸ ਹੋਇਆ ਜਰਮਨੀ, ਆਸਟਰੀਆ, ਹੰਗਰੀ ਅਤੇ ਇਟਲੀ ਦੇ ਨਾਲ, ਇਹ 1882 ਦੇ ਵਿੱਚ ਹੋਇਆ ਸੀ। ਇਸ ਕੁਐਸਚਨ ਦਾ ਰਾਈਟ ਆਨਸਰ ਹੈ 2। ਇਹ ਗੱਲ ਯਾਦ ਰੱਖੋ ਕਿ ਲੜਾਈ ਤੋਂ 2 ਮਹੀਨੇ ਬਾਅਦ ਹੀ ਜੋ ਇਟਲੀ ਸੀ ਉਸਨੇ ਆਪਣਾ ਗਰੁੱਪ ਚੇਂਜ ਕਰ ਲਿਆ ਸੀ। ਮਤਲਬ ਧੁਰੀ ਰਾਸ਼ਟਰਾਂ ਤੋਂ ਇਹ ਮਿੱਤਰ ਰਾਸ਼ਟਰਾਂ ਦੇ ਵੱਲੀ ਮਿਲ ਗਿਆ ਸੀ। ਇੰਟਾਂਟ ਕੁਆਡੀਅਲ, ਜਿਸ ਨੂੰ ਤੁਸੀਂ ਇੰਗਲਿਸ਼ ਵਿੱਚ ਵੀ ਇੰਟਾਂਟ ਕੁਆਡੀਅਲ ਬੋਲਦੇ ਹੋ, ਐਕਚੁਅਲ ਦੇ ਵਿੱਚ ਇਹ ਫ੍ਰੈਂਚ ਸ਼ਬਦ ਹੈ, ਤਾਂ ਇਸ ਤਰ੍ਹਾਂ ਹੀ ਬੋਲੇ ਜਾਣਗੇ। ਬ੍ਰਿਟੇਨ ਅਤੇ ਰੂਸ ਵਿੱਚ ਕਦੋਂ ਹੋਇਆ? ਦੇਖੋ, ਇੰਟਾਂਟ ਕੁਆਡੀਅਲ ਕੁਛ ਹੋਰ ਨਹੀਂ, ਜਸਟ ਇੱਕ ਟ੍ਰੀਟੀ ਸੀ, ਔਰ ਇਹ ਟ੍ਰੀਟੀ ਬ੍ਰਿਟੇਨ ਅਤੇ ਰੂਸ ਦੇ ਨਾਲ ਹੋਈ ਸੀ। ਹੁਣ ਇਹ ਟ੍ਰੀਟੀ ਹੋਈ ਕਦੋਂ? ਤਾਂ ਅਗਰ ਪੁੱਛਣਾ ਇੰਟਾਂਟ ਕੁਆਡੀਅਲ ਕਦੋਂ ਹੋਇਆ, ਤਾਂ ਇਹ ਹੋਇਆ 1904 ਦੇ ਵਿੱਚ। ਲੇਕਿਨ ਜਦੋਂ ਹੀ ਇਸ ਅੰਟਾਂਟ ਕੁਆਡੀਅਲ ਦੇ ਵਿੱਚ ਫਰਾਂਸ ਆ ਕੇ ਮਿਲਦਾ, ਤਾਂ ਇਸ ਅੰਟਾਂਟ ਕੁਆਡੀਅਲ ਦਾ ਨਾਮ ਹੋ ਗਿਆ ਟ੍ਰਿਪਲ ਅੰਟਾਂਟ। ਔਰ ਇਸ ਟ੍ਰਿਪਲ ਅੰਟਾਂਟ ਨੂੰ ਕੀਤਾ ਗਿਆ ਸੀ 1907 ਦੇ ਵਿੱਚ। ਔਰ 1907 ਵਿੱਚ ਇਹ ਜੋ ਟ੍ਰਿਪਲ ਅੰਟਾਂਟ ਹੋਇਆ, ਇਹ ਬ੍ਰਿਟੇਨ, ਰੂਸ ਅਤੇ ਫਰਾਂਸ ਦੇ ਵਿੱਚ ਹੋਇਆ ਸੀ। ਤਾਂ ਇਹ 2 ਟ੍ਰੀਟੀਜ਼ ਇੱਥੇ ਯਾਦ ਰੱਖਣੀਆਂ। ਪਹਿਲੀ ਆਪਾਂ 1882 ਵਾਲੀ ਪੜ੍ਹੀ ਟ੍ਰਿਪਲ ਅਲਾਇੰਸ, ਦੂਸਰੀ ਆਪਾਂ ਅੰਟਾਂਟ ਕੁਆਡੀਅਲ ਪੜ੍ਹੀ 1904 ਦੇ ਵਿੱਚ, ਜੋ ਕਿ ਬ੍ਰਿਟੇਨ ਅਤੇ ਰੂਸ ਦੇ ਵਿੱਚ ਹੋਈ। ਔਰ ਤੀਸਰੀ ਜਿਹੜੀ ਹੈ ਉਹ 1907 ਦੇ ਵਿੱਚ ਬ੍ਰਿਟੇਨ, ਰੂਸ ਅਤੇ ਫਰਾਂਸ ਦੇ ਵਿੱਚ ਹੋਈ, ਜਿਸ ਨੂੰ ਅਸੀਂ ਟ੍ਰਿਪਲ ਅੰਟਾਂਟ ਬੋਲਦੇ ਹਾਂ। ਤਾਂ ਇਹ ਤੁਸੀਂ ਯਾਦ ਰੱਖਣਾ। ਗੁਪਤ ਸੰਧੀ ਪ੍ਰਣਾਲੀਆਂ ਦਾ ਜਨਕ ਕਿਸ ਨੂੰ ਕਿਹਾ ਜਾਂਦਾ ਹੈ? ਦੇਖੋ, ਗੁਪਤ ਸੰਧੀ ਪ੍ਰਣਾਲੀਆਂ ਦਾ ਜਨਕ ਕਿਹਾ ਜਾਂਦਾ ਹੈ ਬਿਸਮਾਰਕ ਨੂੰ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ 1। ਪਹਿਲੇ ਵਿਸ਼ਵ ਯੁੱਧ ਵਿੱਚ ਬ੍ਰਿਟੇਨ ਵੱਲੋਂ ਭਾਰਤੀ ਸੈਨਿਕਾਂ ਦੀ ਗਿਣਤੀ ਕਿੰਨੀ ਸੀ ਜੋ ਉਹਨਾਂ ਦੇ ਅੰਗਰੇਜ਼ ਸੈਨਿਕਾਂ ਤੋਂ ਜ਼ਿਆਦਾ ਸੀ? ਦੇਖੋ, ਬ੍ਰਿਟੇਨ ਉਸ ਸਮੇਂ ਇੰਡੀਆ ਨੂੰ ਕੰਟਰੋਲ ਕਰ ਰਿਹਾ ਸੀ, ਇੰਡੀਆ ਬ੍ਰਿਟੇਨ ਦੇ ਅੰਡਰ ਸੀ। ਇਸ ਕਰਕੇ ਬ੍ਰਿਟੇਨ ਨੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਇੰਡੀਆ ਦਾ ਹੀ ਸਾਥ ਲਿੱਤਾ
और इंडिया के लगभग 13 ਲੱਖ सैनिक ਜਿਹੜੇ ਸੀ ਉਹ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਪਾਰਟਿਸਿਪੇਟ ਕਰਦੇ ਹੈ ਕਿਹਦੇ ਵੱਲੋਂ ਬ੍ਰਿਟੇਨ ਦੇ ਵੱਲੋਂ। तो इस क्वेश्चन का राइट आंसर है 3। रूस ਅਤੇ तुर्की ਵਿੱਚ किस समुद्री मार्ग ਨੂੰ ਲੈ ਕੇ ਲੜਾਈ ਰਹੀ जो पहले विश्व युद्ध ਦਾ ਕਾਰਨ ਬਣੀ। ਸਭ ਤੋਂ ਪਹਿਲਾਂ ਸਮੁੰਦਰੀ ਮਾਰਗ ਨੂੰ ਅਸੀਂ ਸਟ੍ਰੇਟ ਬੋਲਦੇ ਹਾਂ ਔਰ ਰਸ਼ੀਆ ਅਤੇ ਟਰਕੀ ਦੇ ਵਿੱਚ समुद्री मार्ग जो सी ਉਹਦਾ नाम है स्ट्रेट ऑफ डार्टिनल। तो इस क्वेश्चन का भी राइट आंसर है 1। देखो रशिया ਅਤੇ टर्की ਦੇ ਵਿੱਚ दो समुद्री मार्ग ਪੈਂਦੇ ਆ। एक है अपने कोले स्ट्रेट ऑफ डार्टिनल और दूसरा है अपने कोले बोस्फोरस। बॉस्फोरस। तो ये दो ऐसे समुद्री मार्ग जिन्हां नूं क्रॉस करके रशिया मैਡੀਟੇਰੀਅਨ सी दे विच आ सकदा सी, लेकिन इन्हां दोनों ही स्ट्रेट ते कब्जा सी ऑटोमन अंपायर दा और ऑटोमन अंपायर किसदा सी टर्की दा। इस करके हमेशा ही रशिया ਅਤੇ टर्की दे विच एक युद्ध की जो सीगी वो स्थिति बनी रहिंदी सीगी। तो ये काफ़ी इंपॉर्टेंट है, तुसी याद रखना है कि रशिया के लिए किहड़े समुद्री मार्गों का महत्व ज़्यादा सी और जो कि अगे चल के पहले विश्व युद्ध का कारण भी बने वो सी स्ट्रेट ऑफ डार्डिनल अते स्ट्रेट ऑफ बॉस्फोरस। अगर पूछना है कि ये दोनों स्ट्रेट समुद्री मार्ग किन्ना दो सीज नूं आपस में जोड़ते सी, तो ये भी तुसी याद रख सकते हो। तो ये है एगियन सी नूं ब्लैक सी दे नाल जोड़ते सी। तो एग्नियन सी नूं ब्लैक सी नाल जोड़ते सी और इन्ना ही सी नूं क्रॉस करके अगे रशिया मैਡੀਟੇਰੀਅਨ सी दे विच जा सकता सी, लेकिन फिलहाल इसते जो सी वो टर्की का कब्जा सी और हमेशा ही रशिया इन्हां दोनों स्ट्रेट नूं इस ऑटोमन अंपायर तो फ्री करवाना चाहता सी। इस करके दोनों विच एक युद्ध की स्थिति बनी रहिंदी सी। तो इस क्वेश्चन का राइट आंसर हो गया 1 स्ट्रेट ऑफ डार्डिनल। पहले विश्व युद्ध में अमरीका कदों शामिल होया। देखो पहले विश्व युद्ध में जो अमरीका सी ये शामिल होंदा है 6 अप्रैल 1917 दे विच। तो इस क्वेश्चन का राइट आंसर है 3। पहले विश्व युद्ध का तत्काली कारण की सी। देखो पहले विश्व युद्ध का जो तत्काली कारण सी वो सी आर्क ड्यूक फ्रांसिस फर्डिनेंड की हत्या। ये एक्चुअल दे विच आस्ट्रिया हंगरी का होने वाला राजा सी अते ये अपनी वाइफ नूं लैके बोस्निया दे विच घुमन आया, लेकिन इत्थे ही नैशनलिस्ट वालों जिन्हां विच एक परसन का नाम लिता जाता है गैवरिलो प्रिंसिप, इसने आस्ट्रिया हंगरी के राजे का कतल करता। ठीक है, फर्डिनेंड का कतल करता। हुण जदों ये कतल किया तो ये किता कित्ते, तो ये भी याद रखियो ये किता सारा जीवो दे विच। तो सारा जीवो दे विच एक कतल जिहड़ा सी ओह किया गया सीगा। सर्बिया की गुप्त क्रांतिकारी संस्था का की नाम सी। देखो सर्बिया की गुप्त क्रांतिकारी संस्था नाम सी काला हथ, जिन्हों ब्लैक हैंड के नाम नाल जानिया जाता है। कहते हैं कि ब्लैक हैंड ने ही जिहड़ा सी वो नैशनलिस्ट की हैल्प की सी, गैवरिलो की हैल्प की सी जिहड़ा आस्ट्रिया के राजे नूं मारन दे विच। रूस ते जापान के विचकार युद्ध कदों होया। देखो रूस और जापान के विचकार युद्ध होया 1904 तो 5 तक युद्ध चलता है। तो इस क्वेश्चन का राइट आंसर है 1। रूस और जापान के विचकार युद्ध किस करके खत्म होया। देखो रूस और जापान के विचकार जो युद्ध चलिया ये अमेरिका के राष्ट्रपति रूजवेल्ट के यत्न सदका खत्म होया। पहले विश्व युद्ध दौरान जर्मनी ने रूस से कदों हमला किया। देखो पहले विश्व युद्ध दौरान जर्मनी ने रूस से हमला किया 1 अगस्त 1914 दे विच।
तो 1 ਅਗਸਤ 1914 ਦੇ ਵਿੱਚ ਜਿਹੜਾ ਸੀ ਉਹ ਜਰਮਨੀ ਨੇ ਰੂਸ ਤੇ ਹਮਲਾ ਕੀਤਾ। ਇੱਕ ਗੱਲ ਯਾਦ ਰੱਖੋ ਕਿ ਇੱਥੇ ਜਰਮਨੀ ਨੇ ਫਰਾਂਸ ਤੇ ਵੀ ਅਟੈਕ ਕੀਤਾ ਸੀ 3 ਅਗਸਤ 1914 ਵਿੱਚ। तो जर्मनी ने रूस ਤੇ ਅਟੈਕ ਕੀਤਾ 1 ਅਗਸਤ 1914 ਵਿੱਚ, ਔਰ जो जर्मनी ਸੀ इसने फ्रांस ਤੇ ਅਟੈਕ ਕੀਤਾ 3 ਅਗਸਤ 1914 ਦੇ ਵਿੱਚ। तो दोनों ਟੇਕ याद रखने काफ़ी इंपॉर्टेंट है। ਪਹਿਲੇ ਵਿਸ਼ਵ ਯੁੱਧ ਵਿੱਚ ਇੰਗਲੈਂਡ ਕਦੋਂ ਸ਼ਾਮਲ ਹੋਇਆ? तो देखो ਪਹਿਲੇ ਵਿਸ਼ਵ ਯੁੱਧ ਵਿੱਚ ਜੋ ਇੰਗਲੈਂਡ ਸ਼ਾਮਲ ਹੋਇਆ ਸੀਗਾ, तो ਇਹ ਸ਼ਾਮਲ ਹੋਇਆ ਸੀ 8 ਅਗਸਤ 1914 ਦੇ ਵਿੱਚ। तो 8 ਅਗਸਤ 1914 ਦੇ ਵਿੱਚ ਇੰਗਲੈਂਡ ਜਿਹੜਾ ਸੀ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਇਆ ਸੀ। तो इस क्वेश्चन ਦਾ ਰਾਈਟ ਆਨਸਰ ਹੈ 1। ਪੈਰਿਸ ਸ਼ਾਂਤੀ ਸੰਮੇਲਨ ਕਦੋਂ ਹੋਇਆ? ਦੇਖੋ ਪੈਰਿਸ ਸ਼ਾਂਤੀ ਸੰਮੇਲਨ ਜੋ ਹੋਇਆ ਇਹ ਹੋਇਆ ਸੀ 18 ਜੂਨ 1919 ਨੂੰ। तो इस क्वेश्चन ਦਾ ਰਾਈਟ ਆਨਸਰ ਹੈ 3। ਦੇਖੋ ਇਸ ਸੰਮੇਲਨ ਦੇ ਵਿੱਚ ਕਈ ਲੀਡਰਸ ਦਾ ਯੋਗਦਾਨ ਰਿਹਾ। ਅਗਰ ਉਹਨਾਂ ਲੀਡਰਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਵੁਡਰੋ ਵਿਲਸਨ, ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਜਾਰਜ, ਫਰਾਂਸ ਦੇ ਪ੍ਰਧਾਨ ਮੰਤਰੀ ਜਾਰਜ ਬੈਂਜਾਮਿਨ ਕਲੇਮੈਂਸੇ। तो ਇਹ 3 ਪੋਲੀਟੀਕਲ ਲੀਡਰ ਜਿਨ੍ਹਾਂ ਨੇ ਪੈਰਿਸ ਸ਼ਾਂਤੀ ਸੰਮੇਲਨ ਨੂੰ ਸਫਲ ਬਣਾਇਆ। तो इस क्वेश्चन ਦਾ ਰਾਈਟ ਆਨਸਰ 3। ਵਰਸਾਏ ਦੀ ਸੰਧੀ ਕਦੋਂ ਤੇ ਕਿਸ ਵਿਚਕਾਰ ਹੋਈ? ਦੇਖੋ ਵਰਸਾਏ ਦੀ ਜੋ ਸੰਧੀ ਹੋਈ ਸੀ ਇਹ ਸੰਧੀ ਹੋਈ ਸੀ 28 ਜੂਨ 1919 ਦੇ ਵਿੱਚ। तो 28 ਜੂਨ 1919 ਨੂੰ ਵਰਸਾਏ ਦੀ ਸੰਧੀ ਹੋਈ। ਇਹ ਜਰਮਨੀ ਅਤੇ ਮਿੱਤਰ ਰਾਸ਼ਟਰਾਂ ਦੇ ਵਿਚਕਾਰ ਇਹ ਸੰਧੀ ਹੋਈ। ਐਕਚੁਅਲ ਦੇ ਵਿੱਚ ਇਹਦੇ ਜੋ ਸੰਧੀ ਦੀਆਂ ਜੋ ਸ਼ਰਤਾਂ ਸੀ ਉਹ ਜਰਮਨੀ ਦੇ ਫੇਵਰ ਵਿੱਚ ਨਹੀਂ ਸੀ, ਜਿਸ ਕਰਕੇ ਜਰਮਨੀ ਦੇ ਲੋਕ, ਉਸ ਦੀ ਆਰਮੀ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਔਰ ਇਹੀ ਕਾਰਨ ਰਿਹਾ ਕਿ ਦੂਸਰਾ ਵਿਸ਼ਵ ਯੁੱਧ ਹੋਇਆ। तो इस क्वेश्चन ਦਾ ਰਾਈਟ ਆਨਸਰ ਬਣ ਗਿਆ 1। ਅੰਤਰਰਾਸ਼ਟਰੀ ਖੇਤਰ ਵਿੱਚ ਪਹਿਲੇ ਵਿਸ਼ਵ ਯੁੱਧ ਦਾ ਸਭ ਤੋਂ ਵੱਡਾ ਯੋਗਦਾਨ ਕੀ ਸੀ? तो देखो अंतरराष्ट्रीय खेत्र ਵਿੱਚ ਪਹਿਲੇ ਵਿਸ਼ਵ ਯੁੱਧ ਦਾ ਸਭ ਤੋਂ ਵੱਡਾ ਯੋਗਦਾਨ ਸੀ ਰਾਸ਼ਟਰ ਸੰਘ ਦੀ ਸਥਾਪਨਾ। तो इस क्वेश्चन ਦਾ ਰਾਈਟ ਆਨਸਰ ਹੈ 1। किस संधि कारण दूसरा विश्व युद्ध होया? तो जो ਵਰਸਾਏ ਦੀ ਸੰਧੀ ਹੋਈ ਸੀ 1919 ਦੇ ਵਿੱਚ, ਇਹ ਜਰਮਨੀ ਅਤੇ ਮਿੱਤਰ ਰਾਸ਼ਟਰਾਂ ਦੇ ਨਾਲ ਹੋਈ, ਲੇਕਿਨ ਇਸ ਸੰਧੀ ਦੀਆਂ ਜੋ ਸ਼ਰਤਾਂ ਸੀ ਉਹ ਫੇਵਰੇਬਲ ਨਹੀਂ ਸੀਗੀਆਂ ਰਿਗਾਰਡਿੰਗ ਜਰਮਨੀ। ਦੂਸਰਾ ਵਿਸ਼ਵ ਯੁੱਧ ਹੁੰਦਾ। ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਰੂਸ ਵਿੱਚ ਕਿਸ ਦਾ ਸ਼ਾਸਨ ਕਾਲ ਸੀ? तो देखो पहले विश्व युद्ध तो पहला रूस ਵਿੱਚ ਜ਼ਾਰ ਦਾ ਸ਼ਾਸਨ ਸੀ। तो इस क्वेश्चन ਦਾ राइट आंसर है 1। यूरोप ਦੇ ਬਰੂਦ ਦੇ ਢੇਰ ਕਿੰਨਾ ਦੇਸ਼ਾਂ ਨੂੰ ਕਿਹਾ ਜਾਂਦਾ ਹੈ? देखो यूरोप ਦੇ ਬਰੂਦ ਦੇ ਢੇਰ ਬਾਲਕਨ ਸਟੇਟਸ ਨੂੰ ਕਿਹਾ ਜਾਂਦਾ ਹੈ। तो इस क्वेश्चन ਦਾ राइट आंसर है 1। देखो ਹੁਣ ਪਹਿਲੀ ਗੱਲ ਤਾਂ ਜੋ ਬਾਲਕਨ ਸਟੇਟ ਸੀਗੀਆਂ ਇਹ ਐਸੀਆਂ ਸਟੇਟ ਸੀ, ਐਸੀਆਂ ਕੰਟਰੀ ਸੀ ਜਿਨ੍ਹਾਂ ਨੂੰ ਹਰੇਕ ਪਾਵਰ ਜਾਂ ਹਰੇਕ ਵੱਡਾ ਦੇਸ਼ ਕੈਪਚਰ ਕਰਨਾ ਚਾਹੁੰਦਾ ਸੀ। ਠੀਕ ਹੈ, ਇਸ ਕਰਕੇ ਜੋ ਵੱਡੀਆਂ ਤਾਕਤਾਂ ਸੀ ਜਿਹਦੇ ਵਿੱਚ ਆਸਟਰੀਆ ਹੰਗਰੀ, रशिया, ऑटोमन अंपायर,
ਇਹਨਾਂ ਵਿੱਚ ਇੱਕ ਲੜਾਈ ਹਮੇਸ਼ਾ ਹੀ ਹੁੰਦੀ ਰਹੀ ਇਹਨਾਂ ਦੇਸ਼ਾਂ ਨੂੰ ਬਾਲਕਨ ਸਟੇਟ ਨੂੰ ਕੈਪਚਰ ਕਰਨ ਦੇ ਲਈ। ਤੋ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਬਾਲਕਨ ਸਟੇਟ ਇੱਕ ਤਰ੍ਹਾਂ ਨਾਲ ਬਰੂਦ ਦੇ ਢੇਰ ਦਾ ਕੰਮ ਕਰਦੀਆਂ ਪਹਿਲੇ ਵਿਸ਼ਵ ਯੁੱਧ ਦੇ ਵਿੱਚ। ਕਿਉਂਕਿ ਇਹਨਾਂ ਸਟੇਟ ਨੂੰ ਜਿੱਤਣ ਦੇ ਲਈ ਹੀ ਆਪਸ ਵਿੱਚ ਵੱਡੀਆਂ ਸਟੇਟ ਨੇ ਜੋ ਹੈ ਉਹ ਲੜਾਈ ਕੀਤੀ ਸੀ। ਇਸ ਕੁਐਸਚਨ ਦਾ ਰਾਈਟ ਆਨਸਰ ਬਣਿਆ 1। रूस की क्रांति कदों हुई? देखो रूस की क्रांति हुई सी पहले विश्व युद्ध दौरान। तो 1917 ਦੇ ਵਿੱਚ पहले विश्व युद्ध दौरान ਜਿਹੜਾ ਸੀ रूस की क्रांति हुई सी। दूसरा बाल्कन युद्ध कदों होया? देखो बाल्कन स्टेट ਨੂੰ कैप्चर करन दे ਲਈ दो युद्ध हुए। अगर मैं पहले युद्ध की गल करा तो ये जो फर्स्ट बाल्कन वॉर हुई सी ये 8 अक्तूबर 1912 तो लैके 30 मई 1913 तक चली। और दूसरी बाल्कन जो वॉर हुई ये 29 जून 1913 तो लैके 10 अगस्त 1913 तक चली सी। तो इस क्वेश्चन का राइट आंसर है 2। बैटल ऑफ सोमे विच एक दिन विच किन्ने लोग मारे गए? देखो पहली गल तो फर्स्ट वर्ल्ड वॉर के समय और इस फर्स्ट वर्ल्ड वॉर के दरमियान ही एक लड़ाई होंदी है जिसका नाम है बैटल ऑफ सोमे। और ये दुनिया के इतिहास के विच ऐसी पहली ते आखिरी लड़ाई जिहदे विच एक दिन दे विच सब तो ज़्यादा लोग मरे। तो उसी 80,000 सैनिक। मतलब कहने का भाव कि ये दुनिया की हुण तक की ऐसी पहली लड़ाई जिहदे विच एक दिन दे विच इन्ने लोग मरे। हालांकि बहुत सारिया ऐसिया लड़ाइयां होणगियां जिन्हां दे विच 80,000 तो ज़्यादा लोग जिहड़े आ वो मरे होणगे, लेकिन एक दिन दे विच 80,000 लोग मरना बैटल ऑफ सोमे दे विच ये इतिहास के विच इक्को एक ऐसी जिहड़ी है उदाहरण मिलती है। तो इस क्वेश्चन का राइट आंसर है 1। तो बैटल ऑफ सोमे दे विच एक दिन दे विच 80,000 के करीब जिहड़े लोग मरे सी। तो थैंक यू फॉर वॉचिंग। प्लीज़ मेरे चैनल स्टडी फॉर जीके नूं सबसक्राइब कर लो, बैल आइकन नूं प्रेस कर लो तां जो अपडेट समय से मिल सके और इस सीरीज़ दी वीडियोज़ नूं देखण लई मेरे नाल जुड़े रहो। तो थैंक यू।